ਇੱਕ 23 ਜੂਨ ਨੂੰ ਵਿਜੀਲੈਂਸ ਵੱਲੋਂ ਤੁੱਲੀ ਲੈਬ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀਗਾ। ਮੇਰੇ ਰੌਲਾ ਪਾਉਣ ਤੋਂ ਬਾਅਦ ਖੁਦ ਪੰਜਾਬ ਦੇ ਸੀਐਮ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਹ ਜਿਹੜਾ ਮੁੱਦਾ ਵਾ ਇਹ ਮੇਰੀ ਨਿਗਰਾਨੀ ਦੇ ਵਿੱਚ, ਇਹਦੀ ਦੇਖ-ਰੇਖ ਦੇ ਵਿੱਚ ਇਨਕੁਆਇਰੀ ਹੋਊਗੀ। ਔਰ ਸਿੱਟ ਦੇ ਵਿੱਚ ਇੱਕ ਮੈਂਬਰ ਇਹੋ ਜਿਹਾ ਵਾ ਜਿਹੜਾ ਦੋਸ਼ੀਆਂ ਨੂੰ ਘਿਓ ਵਾਂਗੂ ਲੱਗ ਰਿਹਾ, ਜਿਹਦੇ ਨਾਂ ਦੇ ਉੱਤੇ ਉਹਨਾਂ ਨੂੰ ਚਾਹ ਹੀ ਚੜ ਗਿਆ ਸੀਗਾ ਕਿ ਇਸ ਬੰਦੇ ਕੋਲ ਇਨਕੁਆਇਰੀ ਆ ਗਈ ਆ ਤੇ ਸਾਡਾ ਕੁਝ ਵਿਗੜ ਨਹੀਂ ਸਕਦਾ। ਮੇਰਾ ਜਿਹੜਾ ਦਿਲ ਹੈ ਨਾ ਉਹ ਪਤਾ ਕੀ ਕਰਦਾ ਅੱਜ ਕਿ ਮੈਂ ਪੰਜਾਬ ਪੁਲਿਸ ਨੂੰ ਆਨਰ ਕਰਾਂ ਕਿ ਦੁਨੀਆ ਦੇ ਵਿੱਚ ਇਹਨਾਂ ਦਾ ਕੋਈ ਤੋੜ ਨਹੀਂਗਾ, ਇਹਨਾਂ ਦੀ ਕੋਈ ਮਿਸਾਲ ਨਹੀਂਗੀ, ਕਿਉਂਕਿ ਜਿੱਥੇ ਪੁਲਿਸ ਜਿਹੜੀ ਆਮ ਲੋਕਾਂ ਨੂੰ ਸ਼ਦਾਈ ਤੇ ਬੇਵਕੂਫ ਬਣਾਉਂਦੀ ਆ, ਇਹ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਖਿੱਚ ਗਈ। ਹੁਣ ਮੈਂ ਪੁੱਛਦਾ ਪੰਜਾਬ ਪੁਲਿਸ ਨੂੰ, ਜਦੋਂ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀਗਾ ਤੇ ਉਦੋਂ ਇਹ ਲੋਕਾਂ ਨੇ ਫੜਾਏ ਸੀਗੇ? ਇਹ ਤੇ ਸਿਰਫ ਲਾਸ਼ਾਂ ਬਦਲੀਆਂ ਸੀ ਅਣਗਹਿਲੀ ਦੇ ਨਾਲ, ਤੁਸੀਂ ਤੇ ਜੀਂਦੇ ਲੋਕਾਂ ਨੂੰ ਲਾਸ਼ਾਂ 'ਚ ਬਦਲਦੇ ਰਹੇ ਹੋ। ਤੁਹਾਡੀ ਲੁੱਟ ਦੀ ਕਿੱਥੋਂ ਤੱਕ ਮੈਂ ਦਰਿੰਦਗੀ ਦੱਸਾਂ ਕੁੱਤਿਓ। ਜੇ ਤੇਰਾ ਘਰ ਤਗੜਾ ਤੈਨੂੰ ਪੋਜ਼ਿਟਿਵ ਦੇ ਦੇਵਾਂਗੇ, ਜੇ ਮਾਤੜਿਆ ਤੈਨੂੰ ਨੈਗੇਟਿਵ ਦੇ ਦੇਵਾਂਗੇ, ਤਗੜਾ ਤੈਨੂੰ ਕਿਸੇ ਹਸਪਤਾਲ ਦੇ ਵਿੱਚ ਭੇਜ ਕੇ ਤੇ ਆਹ ਲੁੱਟਾਂਗੇ। ਮੁੱਖ ਮੰਤਰੀ ਬਣੋ ਪੰਜਾਬ ਦੇ, ਤੁਸੀਂ ਸਿਰਫ ਕਾਗਜ਼ਾਂ 'ਚ ਮੁੱਖ ਮੰਤਰੀ ਬਣ ਚੱਲੇ ਹੋ। ਤੇ ਤੁਹਾਡੀ ਤੁਲਨਾ ਮੈਂ ਇੱਕ ਟਿਕਟੌਕ ਦੇ ਉੱਤੇ ਮੁੱਖ ਮੰਤਰੀ ਆਉਂਦਾ ਹਾਸੇ ਮਜ਼ਾਕ ਵਾਲਾ, ਫਿਰ ਤੇ ਮੈਂ ਉਹਦੇ ਨਾਲ ਕਰੂੰਗਾ ਵੀ ਉਹ ਲੋਕਾਂ ਦਾ ਵੱਧ ਜੀ ਲਾ ਲੈਂਦਾ, ਲੋਕਾਂ ਨੂੰ ਵੱਧ ਹਸਾ ਲੈਂਦਾ ਤੁਹਾਡੇ ਤੋਂ। बीते दिनी समाज सेवी मनदीप मन्ना वालों दोष लगाए गए सन कि तुली लैब वालों करोना टैसट करन तो बाद मरीज़ां नूं जाणबुੱਝ के करोना पॉजिटिव दस्सिया जांदा है ਅਤੇ फिर ਹਸਪਤਾਲਾਂ ਨਾਲ मिल के मोटे पैसे नाल लोकां कोलों ठगे जांदे ने। मनदीप मन्ना दे वड्डे खुलासिਆਂ ਤੋਂ ਬਾਅਦ तुली लैब ਸਮੇਤ कई लोकां उत्ते परचा होया ਤੇ इस मामले ਵਿੱਚ कैप्टन अमरिंदर सिंह ने एक SIT ਦਾ गठन ਕੀਤਾ ਅਤੇ ਮਾਮਲੇ ਦੀ ਜਾਂਚ ਲਈ ਆਖਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਕਿ ਉਹ ਇਸ ਮਾਮਲੇ ਨੂੰ ਖੁਦ ਵੀ ਦੇਖ ਰਹੇ ਨੇ। ਪਰ ਹੁਣ ਇੱਕ ਵਾਰ ਫਿਰ ਮਨਦੀਪ ਮੰਨਾ ਨੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੇਠਲੇ ਪੁਲਿਸ ਅਧਿਕਾਰੀ ਗੁੰਮਰਾਹ ਕਰ ਰਹੇ ਨੇ। ਦੋਸਤੋ, ਮੈਂ ਤੁਹਾਨੂੰ ਬੜੇ ਹੀ ਭਰੇ ਮਨ ਦੇ ਨਾਲ ਦੱਸਣ ਲੱਗਾ ਕਿ ਅੱਜ ਤੋਂ ਕਰੀਬ 1.5 ਮਹੀਨਾ ਪਹਿਲਾਂ ਇੱਕ 23 ਜੂਨ ਨੂੰ ਵਿਜੀਲੈਂਸ ਵੱਲੋਂ ਤੁੱਲੀ ਲੈਬ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀਗਾ ਕਿ ਕਿਵੇਂ ਲੋਕਾਂ ਨੂੰ ਫੇਕ ਰਿਪੋਰਟਸ ਜਿਹੜੀਆਂ ਕੋਵਿਡ ਦਾ ਪੋਜ਼ਿਟਿਵ ਕਹਿ ਕੇ ਦਿੱਤੀਆਂ ਜਾਂਦੀਆਂ ਔਰ ਹਸਪਤਾਲਾਂ ਵਾਲਿਆਂ ਨਾਲ ਮਿਲ ਕੇ ਕਿਸ ਤਰੀਕੇ ਲੁੱਟਿਆ ਜਾ ਰਿਹਾ। 6 ਜਣਿਆਂ ਦੇ ਉੱਤੇ ਜਿਹੜੇ ਤਾਕਤਵਰ ਲੋਕ ਸੀਗੇ ਉਹਨਾਂ ਦੇ ਉੱਤੇ ਕੇਸ ਰਜਿਸਟਰਡ ਹੋਇਆ ਸੀ ਔਰ 23 ਤਰੀਕ ਨੂੰ ਕੇਸ ਦਰਜ ਹੋਣ ਤੋਂ 3-4 ਦਿਨ ਬਾਅਦ ਹੀ ਦੋਸ਼ੀਆਂ ਨੇ ਠੋਕ ਵਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਵਿਜੀਲੈਂਸ ਕੋਲੋਂ ਸਾਡੀ ਜਿਹੜੀ ਇਨਕੁਆਇਰੀ ਆ ਉਹ ਚੇਂਜ ਹੋ ਕੇ ਲੋਕਲ ਪ੍ਰਸ਼ਾਸਨ ਕੋਲ ਆ ਜਾਣੀ ਹੈ, ਕਿਉਂਕਿ ਉਹਨਾਂ ਉੱਤੇ ਚੰਡੀਗੜ੍ਹ ਸਰਕਾਰ ਦੇ ਕਿਸੇ ਨਾ ਕਿਸੇ ਨੁਮਾਇੰਦੇ ਨੂੰ, ਕਿਸੇ ਬੰਦੇ ਨੂੰ ਪੈਸੇ ਦਿੱਤੇ ਸੀਗੇ ਔਰ ਇਹਨਾਂ ਨੇ ਉਹਦੇ ਨਾਲ ਡੀਲ ਕੀਤੀ ਹੋਈ ਸੀ। ਮੈਂ ਉਦੋਂ ਵੀ ਤੁਹਾਨੂੰ ਯਾਦ ਹੋਊਗਾ ਕਿ ਇਸ ਗੱਲ ਦਾ ਬਹੁਤ ਰੌਲਾ ਪਾਇਆ ਸੀ ਇਹਨਾਂ ਦੀ ਕੀ ਡੀਲ ਹੋਈ ਔਰ ਸੀਐਮ ਸਾਹਿਬ ਨੂੰ ਮੈਂ ਚੇਚੇ ਤੌਰ ਤੇ ਬੇਨਤੀ ਕੀਤੀ ਸੀ ਕਿ ਇਸ ਮਸਲੇ ਵੱਲ ਧਿਆਨ ਦੇਣ ਔਰ ਮੈਂ ਉਹਦੇ 'ਚ ਦੱਸਿਆ ਸੀਗਾ ਕਿ ਇਹਨਾਂ ਲੋਕਾਂ ਨੇ ਜਿਹੜੀਆਂ ਜ਼ਮਾਨਤਾਂ ਵਾਪਸ ਲਾਈਆਂ ਹੋਈਆਂ ਇਹਨਾਂ ਵਾਪਸ ਲੈ ਲੈਣੀਆਂ, ਜਾਂ ਇਹਨਾਂ ਦਾ ਅਰੈਸਟ ਸਟੇ ਹੋ ਜਾਊਗਾ, ਜਾਂ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਜੁਆਇਨ ਕਰ ਲੂਗੀ ਤੇ ਜਾਂ ਜਿਹੜੇ ਕੰਪਲੇਨੈਂਟ ਹੈ ਉਹਨਾਂ ਨੂੰ ਇਹ ਡਰਾਉਣ ਜਾਂ ਖਰੀਦਣ ਦੀ ਕੋਸ਼ਿਸ਼ ਕਰਨਗੇ ਤੇ ਕੁਝ ਲੋਕ ਇਸ ਪਰਚੇ ਦੇ ਵਿੱਚੋਂ ਬਾਹਰ ਹੋ ਜਾਣਗੇ। ਇਹ ਡੀਲ ਇਹਨਾਂ ਦੀ ਹੋਈ ਸੀ। ਮੇਰੇ ਰੌਲਾ ਪਾਉਣ ਤੋਂ ਬਾਅਦ ਖੁਦ ਪੰਜਾਬ ਦੇ ਸੀਐਮ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਹ ਜਿਹੜਾ ਮੁੱਦਾ ਵਾ ਇਹ ਮੇਰੀ ਨਿਗਰਾਨੀ ਦੇ ਵਿੱਚ, ਇਹਦੀ ਦੇਖ-ਰੇਖ ਦੇ ਵਿੱਚ ਇਨਕੁਆਇਰੀ ਹੋਊਗੀ ਔਰ ਇਹ ਮੁੱਦਾ ਮੈਂ ਵਿਜੀਲੈਂਸ ਤੋਂ ਲੈ ਕੇ ਲੋਕਲ ਪੁਲਿਸ ਨੂੰ ਇਸ ਕਰਕੇ ਦੇ ਰਿਹਾ ਕਿ ਇਹਨਾਂ ਨੂੰ ਕੋਰਟ ਦੇ ਵਿੱਚੋਂ ਕੋਈ ਰਿਲੀਫ ਨਾ ਮਿਲ ਜਾਵੇ, ਇਹ ਲੋਕ ਇਸ ਮੁੱਦੇ ਨੂੰ ਲਮਕਾ ਨਾ ਸਕਣ ਔਰ ਇਹ ਮੈਂ ਚੇਂਜ ਕਰਕੇ ਲੋਕਲ ਪੁਲਿਸ ਨੂੰ ਦਿੱਤਾ ਔਰ ਇਹਦੇ ਉੱਤੇ ਮੈਂ ਆਪਣੀ ਦੇਖ-ਰੇਖ ਦੇ ਵਿੱਚ ਇੱਕ ਸਿੱਟ ਬਣਾਈ ਹੈ ਤੇ ਜੋ ਕੁਝ ਹੋਊਗਾ ਉਹ ਮੇਰੀ ਦੇਖ-ਰੇਖ 'ਚ ਹੋਊਗਾ। ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਸੀ ਤੇ ਜਦੋਂ ਐਡੇ ਵੱਡੇ ਬੰਦੇ ਨੇ ਸਟੇਟਮੈਂਟ ਦਿੱਤੀ ਹੋਵੇ, ਦੂਜਾ ਸਾਡੇ ਸੂਬੇ ਦਾ ਮੁਖੀ ਹੋਵੇ ਤੇ ਮੇਰਾ ਵੀ ਯਕੀਨ ਕਰਨਾ ਉਹਨਾਂ ਦੇ ਉੱਤੇ ਸੁਭਾਵਿਕ ਸੀਗਾ।
ਪਰ ਅਸਲੀਅਤ ਕੁਝ ਹੋਰ ਸੀਗੀ ਕਿ ਇਹ ਸਿੱਟ ਵੀ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਥੱਲੇ ਥੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਥੱਲੇ ਵਾਲੇ ਲੋਕਾਂ ਨੇ ਗੁੰਮਰਾਹ ਕੀਤਾ ਔਰ ਇਹ ਸਿੱਟ ਵੀ ਉਹਨਾਂ ਨੂੰ ਪੁੱਛ ਕੇ ਬਣੀ ਔਰ ਸਿੱਟ ਦੇ ਵਿੱਚ ਇੱਕ ਮੈਂਬਰ ਇਹੋ ਜਿਹਾ ਵਾ ਜਿਹੜਾ ਦੋਸ਼ੀਆਂ ਨੂੰ ਘਿਓ ਵਾਂਗੂ ਲੱਗ ਰਿਹਾ, ਜਿਹਦੇ ਨਾਂ ਦੇ ਉੱਤੇ ਉਹਨਾਂ ਨੂੰ ਚਾਹ ਹੀ ਚੜ ਗਿਆ ਸੀਗਾ ਕਿ ਇਸ ਬੰਦੇ ਕੋਲ ਇਨਕੁਆਇਰੀ ਆ ਗਈ ਆ ਤੇ ਸਾਡਾ ਕੁਝ ਵਿਗੜ ਨਹੀਂ ਸਕਦਾ। ਹੁਣ ਮੈਂ ਤੁਹਾਨੂੰ ਦੱਸ ਦਵਾਂ, ਇਸ ਇਨਕੁਆਇਰੀ ਦੇ ਵਿੱਚ ਉਹ ਨਹੀਂ ਹੋ ਰਿਹਾ ਜਿਹੜਾ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀਗੇ, ਸਗੋਂ ਉਹ ਰਿਹਾ ਜੋ ਦੋਸ਼ੀ ਚਾਹੁੰਦੇ ਸੀਗੇ। ਜੋ ਮੈਂ ਬੋਲਿਆ ਸੀਗਾ ਕਿ ਤੁੱਲੀ ਐਂਡ ਕੰਪਨੀ ਇਹਨਾਂ ਦਾ ਅੱਜ ਬਦਕਿਸਮਤੀ ਆ ਸਾਡੀ ਸਰਕਾਰ ਦੀ ਕਿ ਇਹਨਾਂ ਕੋਰਟ ਦੇ ਵਿੱਚੋਂ ਰੈਸਟ ਸਟੇ ਲੈ ਲਿਆ 14 ਦਿਨਾਂ ਦਾ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਕਿੱਡੇ ਕੁ ਕ੍ਰਿਮੀਨਲ ਲੋਕ ਸੀਗੇ ਜਾਂ ਇਹ ਕਿੱਡੇ ਕੁ ਵੱਡੇ ਗੈਂਗਸਟਰ ਸੀਗੇ ਜਿਨ੍ਹਾਂ ਨੂੰ ਸਾਰੇ ਹੀ ਦਾ ਪੇਚ ਆਉਂਦੇ ਸੀਗੇ, ਫੋਨ ਬੰਦ ਕਰ ਲਓ, ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ, ਨੰਬਰ ਚੇਂਜ ਕਰ ਲਓ, ਕਿਸੇ ਰਿਸ਼ਤੇਦਾਰ ਨਾਲ ਸੰਪਰਕ ਨਾ ਕਰੋ। ਕਿ ਐਡੇ ਮਤਲਬ ਇਹ ਧਰੰਤਰ ਖਿਡਾਰੀ ਸੀਗੇ ਜੁਰਮ ਦੀ ਦੁਨੀਆ ਦੇ, ਮਤਲਬ ਹਰ ਦਾ ਇਹਨਾਂ ਨੂੰ ਆਉਂਦਾ ਸੀਗਾ ਜਿਹੜਾ ਇਹਨਾਂ ਵਰਤਿਆ, ਜਿਸ ਕਰਕੇ ਫੜੇ ਨਹੀਂ ਗਏ। ਇਹ ਆਪਣੇ ਵਕੀਲਾਂ ਨੂੰ ਮਿਲਦੇ ਰਹੇ, ਇਹ ਸ਼ਿਕਾਇਤੀਆਂ ਤੱਕ ਨੂੰ ਅਪਰੋਚ ਕਰਦੇ ਰਹੇ, ਸਿਫਾਰਿਸ਼ਾਂ ਕਰਦੇ ਰਹੇ, ਧਮਕੀਆਂ ਲਾਉਂਦੇ ਰਹੇ, ਬਸ ਪੁਲਿਸ ਨੂੰ ਨਹੀਂ ਮਿਲੇ ਇਹਨਾਂ 1.5 ਮਹੀਨੇ ਦੇ ਵਿੱਚ। ਹਰ ਦਾ ਇੱਥੇ ਬਦਕਿਸਮਤੀ ਆ ਸਾਡੇ ਸੂਬੇ ਦੀ ਕਿ ਜੇ ਕਿਸੇ ਨੂੰ ਬਚਾਉਣਾ ਹੋਵੇ ਹਰ ਦਾ ਤੇ ਹਰ ਨੁਕਤਾ ਜਿਹੜਾ ਪੁਲਿਸ ਆਪ ਦੱਸਦੀ ਆ ਕਿ ਆਪਣੇ ਫੋਨ ਨਾ ਚਲਾਇਓ, ਆ ਨਾ ਕਰਿਓ, ਜੇ ਕਿਤੇ ਹੋਣ ਵੀ ਤੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਵੇ ਵੀ ਇੱਥੋਂ ਨਿਕਲ ਜਾਓ ਤੁਸੀਂ। ਇਸ ਤਰੀਕੇ ਇਹਨਾਂ ਦੀ ਜਿਹੜੀ ਸੇਫਟੀ ਔਰ ਇਹਨਾਂ ਲਈ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇੱਕ ਸੇਫ ਜਿਹੜਾ ਪੈਸੇ ਤਿਆਰ ਕੀਤਾ ਜਾ ਰਿਹਾ। ਮੇਰਾ ਜਿਹੜਾ ਦਿਲ ਆ ਨਾ ਉਹ ਪਤਾ ਕੀ ਕਰਦਾ ਅੱਜ ਕਿ ਮੈਂ ਪੰਜਾਬ ਪੁਲਿਸ ਨੂੰ ਆਨਰ ਕਰਾਂ ਕਿ ਦੁਨੀਆ ਦੇ ਵਿੱਚ ਇਹਨਾਂ ਦਾ ਕੋਈ ਤੋੜ ਨਹੀਂਗਾ, ਇਹਨਾਂ ਦੀ ਕੋਈ ਮਿਸਾਲ ਨਹੀਂਗੀ। ਕਿਉਂਕਿ ਜਿੱਥੇ ਪੁਲਿਸ ਜਿਹੜੀ ਆਮ ਲੋਕਾਂ ਨੂੰ ਸ਼ੁਦਾਈ ਤੇ ਬੇਵਕੂਫ ਬਣਾਉਂਦੀ ਆ, ਇਹ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਖਿੱਚ ਗਈ। ਇਹਨੇ ਤੇ ਉਹਨਾਂ ਨੂੰ ਵੀ ਬੇਵਕੂਫ ਬਣਾ ਕੇ ਰੱਖ ਦਿੱਤਾ ਵੀ ਉਹ ਕੁਝ ਕਹਿੰਦਾ ਰਿਹਾ, ਇਹਨਾਂ ਉਹ ਗੱਲ ਹੀ ਨਹੀਂ ਮੰਨੀ। ਉਹ ਦੋਸ਼ੀਆਂ ਚੋਂ 6 ਬੰਦਿਆਂ ਚੋਂ ਇੱਕ ਵੀ ਬੰਦਾ ਨਹੀਂ ਫੜਿਆ ਗਿਆ। ਉੱਥੇ ਪੁਲਿਸ ਜਿਹੜੀ ਆ ਉਹ ਕੰਪਲੇਨੈਂਟ ਨੂੰ ਇਹ ਦੱਸਣ ਲਈ ਕਿ ਅਸੀਂ ਬੜੀ ਸਖਤੀ ਕਰ ਰਹੇ ਆ, ਅਸੀਂ ਇਹਨਾਂ ਦੇ ਵੱਟ ਕੱਢ ਦੇਣੇ ਆ, ਸਾਨੂੰ ਇਹ ਦੱਸੋ ਇਹ ਕਿੱਥੇ ਕਿਨੇ ਇਹਨਾਂ ਨੂੰ ਫੜੀਏ। ਹੁਣ ਇਹਨਾਂ ਨੂੰ ਪੁੱਛੋ ਕਿ ਕੰਪਲੇਨਰ ਤੁਹਾਨੂੰ ਦੱਸੂਗਾ ਵੀ ਇਹ ਕਿੱਥੇ ਨੇ, ਇਹ ਵੀ ਅਫਸਰਾਂ ਨੂੰ ਦੱਸਣ ਦੀ ਲੋੜ ਹੈ ਵੀ ਇਹ ਕਿੱਥੇ ਨੇ। ਅਫਸਰ ਕਈ ਮੈਨੂੰ ਵੀ ਫੋਨ ਕਰਦੇ ਰਹੇ ਕਿ ਭਾਜੀ ਇਹਨਾਂ ਦਾ ਪਤਾ ਲੱਗ ਸਕਦਾ ਅਸੀਂ ਕਿੱਥੇ ਆ, ਇਹ ਬੰਦੇ ਕਿੱਥੇ ਨੇ, ਉੱਥੋਂ ਇਹਨਾਂ ਨੂੰ ਫੜ ਲਿਆਈਏ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੰਦੇ ਅਸੀਂ ਫੜਨੇ ਆ ਫਿਰ ਇਹਨਾਂ ਨੂੰ ਸਜ਼ਾ ਸੁਣਾਉਣ ਦਾ ਹੱਕ ਵੀ ਸਾਨੂੰ ਲੋਕਾਂ ਨੂੰ ਤੇ ਜਨਤਾ ਨੂੰ ਹੋਣਾ ਚਾਹੀਦਾ। ਜੋ ਜਨਤਾ ਦੀ ਅਦਾਲਤ ਫੈਸਲਾ ਕਰ ਦਵੇ ਫਿਰ ਪੁਲਿਸ ਨੂੰ ਵੀ ਉਹ ਮਨਜ਼ੂਰ ਹੋਣੀ ਚਾਹੀਦੀ ਹੈ ਔਰ ਇਹਨਾਂ ਲੋਕਾਂ ਨੂੰ ਵੀ ਮਨਜ਼ੂਰ ਹੋਣੀ ਚਾਹੀਦੀ ਆ। ਫਿਰ ਅਸੀਂ ਇਹਨਾਂ ਨੂੰ ਫੜਾਉਣ ਨੂੰ ਇਹਨਾਂ ਲੋਕਾਂ ਨੂੰ ਤਿਆਰ ਆ। ਬਾਕੀ ਮੈਂ ਇਹ ਦੱਸ ਦਿਆਂ ਕਿ ਮੇਰਾ ਕੰਮ ਲੋਕਾਂ ਦੇ ਹੱਕਾਂ ਲਈ ਖੜਨਾ ਤੇ ਉਹਨਾਂ ਲਈ ਲੜਨਾ ਮੇਰਾ ਫਰਜ਼ ਹੈ। ਮੈਂ ਲੋਕਾਂ ਦਾ ਨੌਕਰ ਜ਼ਰੂਰ ਆ, ਮੈਂ ਕੋਈ ਪੁਲਿਸ ਦਾ ਟਾਊਟ ਨਹੀਂ ਹੈਗਾ। ਮੈਨੂੰ ਤੇ ਪਤਾ ਵੀ ਹੋਵੇ ਕਿੱਥੇ ਆ ਤੇ ਮੈਂ ਤਾਂ ਵੀ ਨਹੀਂ ਦੱਸੂਗਾ। ਮੇਰਾ ਕੰਮ ਇਹਨਾਂ ਦੀ ਟਾਊਟੀ ਕਰਨਾ ਨਹੀਂਗਾ, ਨਾ ਮੈਂ ਜ਼ਿੰਦਗੀ 'ਚ ਇਹੋ ਜਿਹੇ ਕੰਮ ਕੀਤੇ ਆ। ਹੁਣ ਮੈਂ ਪੁੱਛਦਾ ਪੰਜਾਬ ਪੁਲਿਸ ਨੂੰ, ਜਦੋਂ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀਗਾ ਤੇ ਉਦੋਂ ਇਹ ਲੋਕਾਂ ਨੇ ਫੜਾਏ ਸੀਗੇ। ਨਿਰੰਕਾਰੀ ਭਵਨ ਦੇ ਵਿੱਚ ਬੰਬ ਧਮਾਕਾ ਹੋਇਆ ਸੀਗਾ ਤੇ ਇਹ ਜਿਹੜੇ ਦੋਸ਼ੀ ਸੀਗੇ ਲੋਕਾਂ ਨੇ ਫੜਾਏ ਸੀਗੇ। ਇੱਕ ਦਿਨ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕਿਸੇ ਨੇ ਜੁੱਤੀ ਸੁੱਟ ਦਿੱਤੀ ਸੀ ਤੇ ਉਹ ਜਿਹੜੇ ਲੋਕ ਸੀਗੇ ਉਹ ਲੋਕਾਂ ਨੇ ਫੜਾਏ ਸੀਗੇ। ਫਰਕ ਸਿਰਫ ਇੰਨਾ ਕਿ ਉਹ ਜਿਹੜੇ ਮੁੱਦੇ ਸੀਗੇ ਉਹ ਸਰਕਾਰਾਂ ਨਾਲ ਜੁੜੇ ਸੀ, ਉਹ ਪੁਲਿਸ ਨਾਲ ਜੁੜੇ ਸੀਗੇ, ਉਹ ਵੱਡੀਆਂ ਸੰਸਥਾਵਾਂ ਨਾਲ ਜੁੜੇ ਸੀ ਜਿਨ੍ਹਾਂ ਤੋਂ ਇਹਨਾਂ ਨੂੰ ਡਰ ਆਉਂਦਾ। ਇਹ ਮੁੱਦਾ ਜਿਹੜਾ ਲੋਕਾਂ ਦੇ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਸੀਗਾ, ਤਾਂ ਕਰਕੇ ਇਹਨਾਂ ਲੋਕਾਂ ਦੀ ਕਿਸੇ ਨੇ ਬਾਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਤੇ ਵੱਧ ਬੰਦੇ ਇਕੱਠੇ ਹੋ ਜਾਣ, ਕਿਤੇ ਕੋਈ ਦੁਕਾਨ 1 ਘੰਟਾ ਜ਼ਿਆਦਾ ਖੁੱਲ ਜਾਵੇ ਤੇ ਪੁਲਿਸ ਪਰਚਾ ਦੇ ਕੇ ਉਹ ਬੰਦੇ ਨੂੰ ਫੜ ਲੈਂਦੀ ਆ। ਇੱਥੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਗਿਆ। ਕੀ ਗੱਲ ਇਹਨਾਂ ਲੋਕਾਂ ਦਾ ਕੋਈ ਵਾਰਸ ਨਹੀਂਗਾ? ਇੱਕ ਵੀ ਬੰਦਾ ਅਰੈਸਟ ਨਹੀਂ ਕੀਤਾ ਗਿਆ। ਇਹਨਾਂ ਲੋਕਾਂ ਦੀ ਬਾਹ ਕੌਣ ਫੜੂਗਾ? ਇੰਨਾ ਹੀ ਨਹੀਂ, ਮਨਦੀਪ ਮੰਨਾ ਵੱਲੋਂ ਤੁਲੀ ਲੈਬ ਦੇ ਮਾਲਕ ਦੇ ਭਰਾ ਨੂੰ ਖਰੀਆਂ ਸੁਣਾਈਆਂ ਗਈਆਂ ਨੇ। ਮਨਦੀਪ ਮੰਨਾ ਨੇ ਇਹਨਾਂ ਲੋਕਾਂ ਨੂੰ ਕਿਹਾ ਕਿ ਕਈ ਹਸਪਤਾਲ ਤਾਂ ਲਾਸ਼ਾਂ ਦੀ ਅਦਲਾ ਬਦਲੀ ਕਰ ਰਹੇ ਨੇ, ਪਰ ਤੁਸੀਂ ਲੋਕ ਆਮ ਲੋਕਾਂ ਨੂੰ ਲਾਸ਼ਾਂ 'ਚ ਬਦਲ ਰਹੇ ਹੋ ਤੇ ਤੁਸੀਂ ਲਾਸ਼ਾਂ ਦੇ ਸੌਦਾਗਰ ਹੋ। ਆ ਤੁੱਲੀ ਜਿਹੜਾ ਮੌਤ ਦਾ ਸੌਦਾਗਰ, ਇਹਦਾ ਭਰਾ ਇੱਕ ਦਿਨ ਫੇਸਬੁੱਕ ਦੇ ਉੱਤੇ ਲਿਖਦਾ, ਇੱਕ ਦਿਨ ਗਵਰਨਮੈਂਟ ਹਸਪਤਾਲ ਦੇ ਵਿੱਚੋਂ ਇੱਥੇ ਸਾਡੇ ਗੁਰੂ ਨਾਨਕ ਹਸਪਤਾਲ ਦੇ ਵਿੱਚੋਂ ਲਾਸ਼ ਦੀ ਅਦਲਾ ਬਦਲੀ ਹੋ ਗਈ ਸੀਗੀ ਕਿਉਂਕਿ ਕੋਵਿਡ ਵਾਲੀ ਲਾਸ਼ ਆ ਜਿਹੜੀ ਪੂਰਨ ਤੌਰ ਦੇ ਉੱਤੇ ਪੈਕ ਕੀਤੀ ਜਾਂਦੀ ਆ, ਉਹ ਕਿਸੇ ਦੀ ਲਾਸ਼ ਕਿਸੇ ਨੂੰ ਚਲ ਗਈ ਸੀ ਔਰ ਉਹ ਜਿਹੜਾ ਬੰਦਾ ਫੇਸਬੁੱਕ ਦੇ ਉੱਤੇ ਪਾਉਂਦਾ ਕਿ ਇਹ ਲਾਸ਼ਾਂ ਬਦਲ ਗਈਆਂ। ਹੁਣ ਜਿਹੜੇ ਲੋਕ ਬੋਲਦੇ ਸੀ ਸਾਡੇ ਖਿਲਾਫ ਹੁਣ ਕਿਉਂ ਨਹੀਂ ਬਦਲ ਰਹੇ? ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਵਾ ਇਹ ਤੇ ਸਿਰਫ ਲਾਸ਼ਾਂ ਬਦਲੀਆਂ ਸੀ ਅਣਗਹਿਲੀ ਦੇ ਨਾਲ। ਤੁਸੀਂ ਤੇ ਜੀਂਦੇ ਲੋਕਾਂ ਨੂੰ ਲਾਸ਼ਾਂ 'ਚ ਬਦਲਦੇ ਰਹੇ ਹੋ। ਜੀਂਦੇ ਜਾਗਦੇ ਲੋਕਾਂ ਨੂੰ ਤੁਸੀਂ ਘਰਾਂ ਦੇ ਵਿੱਚ ਲਾਸ਼ਾਂ ਬਣਾ ਕੇ ਰੱਖ ਦਿੱਤਾ। ਆਹ ਤਰੀਕਾ ਤੁਸੀਂ ਬਣਾਇਆ ਹੋਇਆ ਸੀ ਤੁਹਾਡੀ ਲੁੱਟ ਦੀ
ਕਿੱਥੋਂ ਤੱਕ ਮੈਂ ਦਰਿੰਦਗੀ ਦੱਸਾਂ ਕੁੱਤਿਓ, ਤੁਸੀਂ ਕਰਦੇ ਕੀ ਰਹੇ ਹੋ ਕਿ ਜੇ ਤੁਹਾਡੇ ਕੋਲ ਕੋਈ ਕੋਵਿਡ ਟੈਸਟ ਕਰਾਉਣ ਆ ਗਿਆ ਨਾ ਤੇ ਉਹਦਾ ਤੁਹਾਨੂੰ ਆਧਾਰ ਕਾਰਡ ਮਿਲਦਾ ਸੀ, ਉਹਦਾ ਐਡਰੈਸ ਮਿਲਦਾ ਸੀ। ਜਿਵੇਂ ਕੋਈ ਬੰਦਾ ਮੋਟਰਸਾਈਕਲ, ਸਕੂਟਰ, ਕਾਰ ਫਾਈਨਾਂਸ ਕਰਾਉਣ ਜਾਂਦਾ ਨਾ ਤੇ ਬੈਂਕ ਵਾਲੇ ਉਹਦੀ FI ਕਰਦੇ ਆ, ਉਹਨੂੰ ਕਹਿੰਦੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ। ਇਹ ਫਾਰਮੂਲਾ ਤੁਸੀਂ ਕੋਵਿਡ ਦੇ ਉੱਤੇ ਅਪਣਾ ਲਿਆ ਸੀਗਾ ਕਿ ਇਹਦੇ ਘਰ ਦੇ ਵਿੱਚ ਐਡਰੈਸ ਵੇਖ ਕੇ ਆਓ, ਜੇ ਤੇ ਇਹਦਾ ਘਰ ਤਗੜਾ ਤੇ ਇਹਨੂੰ ਪੋਜ਼ਿਟਿਵ ਦੇ ਦੇਵਾਂਗੇ, ਜੇ ਮਾਤੜ ਆ ਤੇ ਇਹਨੂੰ ਨੈਗੇਟਿਵ ਦੇ ਦੇਵਾਂਗੇ, ਤਗੜਾ ਤੇ ਇਹਨੂੰ ਕਿਸੇ ਹਸਪਤਾਲ ਦੇ ਵਿੱਚ ਭੇਜ ਕੇ ਤੇ ਆਹ ਲੁੱਟਾਂਗੇ। ਆਹ ਅਸਲੀਅਤ ਸੀ ਜਿਹੜੀ ਮੈਂ ਤੁਹਾਡੀ ਲੋਕਾਂ ਦੇ ਸਾਹਮਣੇ ਲੈ ਕੇ ਆਇਆ। ਮੈਂ ਅੱਜ ਫੇਰ ਇਹ ਜਿਹੜਾ ਸਾਰਾ ਮਸਲਾ ਇੱਕ ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਾਹਮਣੇ ਵੀ ਲੈ ਕੇ ਆਇਆ ਕਿ ਗੁੱਸਾ ਨਾ ਕਰਿਓ ਮੁੱਖ ਮੰਤਰੀ ਜੀ। ਅੱਗੇ ਤੇ ਮੈਂ ਸਮਝਦਾ ਸੀਗਾ ਕਿ ਸਿਰਫ ਜਿਹੜੇ ਥੱਲੇ ਵਾਲੇ ਬੰਦਿਆਂ ਦੀ ਇਹਨਾਂ ਨਾਲ ਸੈਟਿੰਗ ਹੋਈ ਆ, ਤੇ ਜੇ ਹੁਣ ਵੀ ਤੁਸੀਂ ਇਸ ਮੁੱਦੇ ਦੇ ਉੱਤੇ ਸੀਰੀਅਸ ਨਾ ਹੋਏ, ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਹੋਈ, ਤੇ ਮੈਂ ਸਮਝਣ ਲਈ ਮਜਬੂਰ ਹੋਊਂਗਾ ਕਿ ਤੁਹਾਡੇ ਤੱਕ ਵੀ ਕੋਈ ਨਾ ਕੋਈ ਅਪਰੋਚ ਕੀਤੀ ਗਈ ਆ ਜਿਹਨੂੰ ਮੇਰਾ ਮਨ ਅਜੇ ਤੱਕ ਨਹੀਂ ਮੰਨਦਾ। ਮੁੱਖ ਮੰਤਰੀ ਬਣੋ ਪੰਜਾਬ ਦੇ, ਤੁਸੀਂ ਸਿਰਫ ਕਾਗਜ਼ਾਂ 'ਚ ਮੁੱਖ ਮੰਤਰੀ ਬਣ ਚੱਲੇ ਹੋ। ਤੁਹਾਨੂੰ ਮੈਂ ਇਹ ਦੱਸਦਾ ਵਾਂ, ਜੇ ਤੁਸੀਂ ਇਹੋ ਜਿਹੇ ਸੰਜੀਦਾ ਮੁੱਦਿਆਂ ਦੇ ਉੱਤੇ ਕੰਮ ਨਹੀਂ ਕਰਦੇ ਤੇ ਤੁਹਾਡੀ ਤੁਲਨਾ ਮੈਂ ਇੱਕ ਟਿਕਟੌਕ ਦੇ ਉੱਤੇ ਮੁੱਖ ਮੰਤਰੀ ਆਉਂਦਾ ਹਾਸੇ ਮਜ਼ਾਕ ਵਾਲਾ, ਫਿਰ ਤੇ ਮੈਂ ਉਹਦੇ ਨਾਲ ਕਰੂੰਗਾ ਵੀ ਉਹ ਲੋਕਾਂ ਦਾ ਵੱਧ ਜੀ ਲਾ ਲੈਂਦਾ, ਲੋਕਾਂ ਨੂੰ ਵੱਧ ਸਹਾ ਲੈਂਦਾ ਤੁਹਾਡੇ ਤੋਂ। ਪੰਜਾਬ ਸਾਰਾ ਰੋਂਡਿਆ ਵਾ। ਅਖੀਰ 'ਚ ਮੇਰੀ ਬੇਨਤੀ ਆ ਤੁਹਾਨੂੰ, ਜੇ ਤੁਸੀਂ ਸਹੀ 'ਚ ਪੰਜਾਬ ਦੇ ਹਿਤੈਸ਼ੀ ਹੋ, ਜੇ ਤੁਸੀਂ ਸਹੀ ਦੇ ਵਿੱਚ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਤੇ ਦੋਸ਼ੀ ਬਚਣੇ ਨਹੀਂ ਚਾਹੀਦੇ, ਇਹਨਾਂ ਦੇ ਵਿੱਚ ਕੋਈ ਵੀ ਹੋਵੇ। ਤੇ ਜੇ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰ ਲਈਆਂ ਤੇ ਆਪਣੇ ਪਿਆਦਿਆਂ ਦੇ ਅੱਗੇ ਬੇਬਸ ਹੋ ਚੁੱਕੇ ਹੋ ਵੀ ਉਹ ਪੰਜਾਬ ਨੂੰ ਲੁੱਟ ਲੈਣ, ਜਿੰਨਾ ਮਰਜ਼ੀ ਇਹੋ ਜਿਹੇ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਇਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ ਤੁਸੀਂ ਲੁੱਟਣ ਦੀ। ਤੇ ਫਿਰ ਮੈਂ ਤੁਹਾਨੂੰ ਲੈ ਕੇ, ਤੁਹਾਡੇ ਲਈ, ਪੰਜਾਬ ਦੇ ਲੋਕਾਂ ਨੂੰ ਲੈ ਕੇ ਇਹੀ ਚਾਰ ਲੈਣਾ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਬੜੇ ਸ਼ੌਕ ਸੇ ਮੇਰੇ ਪੰਜਾਬ ਕੋ ਲੂਟ, बड़े शौक से मेरे पंजाब को लूट, कोई आंच ना तुझ पे आएगी, ये जुबान किसी ने खरीद ली, ये कलम किसी का गुलाम है। ਸੋ ਮਨਦੀਪ ਮੰਨਾ ਵੱਲੋਂ ਹੁਣ ਵੀ ਲਗਾਏ ਗਏ ਦੋਸ਼ ਵੱਡੇ ਨੇ ਤੇ ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਨਵੋਲਵ ਹੋ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।